ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰਸੰਗ ਹੈ ਜਥੇ ਦਾ ਪ੍ਰੋਗਰਾਮ। ਆਓ ਸ਼ੁਰੂ ਕਰੀਏ। ਸ੍ਰੀ ਪਟਨਾ ਸਾਹਿਬ ਤੋਂ ਸ੍ਰੀ ਹਜ਼ੂਰ ਸਾਹਿਬ ਯਾਤਰਾ ਲਈ ਪਹੁੰਚੇ। ਬੜੇ ਆਨੰਦ ਮਾਣੇ। 101 ਸ੍ਰੀ ਅਖੰਡ ਪਾਠ ਕਰਵਾਉਣ ਵਾਸਤੇ ਸ੍ਰੀਮਾਨ ਸੇਵਾ ਦੇ ਪੁੰਜ ਸੰਤ ਬਾਬਾ ਹਰਨਾਮ ਸਿੰਘ ਜੀ ਲੰਗਰ ਸਾਹਿਬ ਵਾਲਿਆਂ ਨੂੰ ਮਾਇਆ ਦੇ ਕੇ ਬੇਨਤੀ ਕੀਤੀ, ਜੋ ਉਹਨਾਂ ਨੇ ਕਰਵਾਏ। ਉੱਥੋਂ ਸ੍ਰੀ ਪੰਜੋਖਰਾ ਸਾਹਿਬ ਪੁੱਜੇ, ਜਿੱਥੇ 8ਵੇਂ ਪਾਤਸ਼ਾਹ ਜੀ ਨੇ ਗੂੰਗੇ ਤੋਂ ਗੀਤਾ ਦੇ ਅਰਥ ਕਰਾਏ। ਇੱਥੇ ਤਕਰੀਬਨ 30 ਸਾਲਾਂ ਤੋਂ ਜਥਾ ਜਾਂਦਾ ਹੈ ਤੇ ਹੁਣ ਵੀ ਜਾ ਰਿਹਾ ਹੈ। ਬਾਬਾ ਮੇਹਰ ਸਿੰਘ ਜੀ, ਮਾਤਾ ਚਤਰ ਕੌਰ ਜੀ, ਪੁਰਾਣੇ ਮਿਲਾਪੀ ਸਰਦਾਰ ਪ੍ਰੀਤਮ ਸਿੰਘ ਜੀ, ਜਥੇਦਾਰ ਗੁਰਦਿਆਲ ਸਿੰਘ ਜੀ, ਸਰਦਾਰ ਪ੍ਰਤਾਪ ਸਿੰਘ ਜੀ ਖਜ਼ਾਨਚੀ ਤੇ ਹੋਰ ਸਭ ਨਗਰ ਦੀ ਸੰਗਤ ਨੇ ਬਹੁਤ ਸੇਵਾ ਕੀਤੀ ਤੇ ਹੁਣ ਵੀ ਕਰਦੇ ਹਨ। ਉੱਥੋਂ ਨਾਭਾ ਸਾਹਿਬ ਪਹੁੰਚ ਗਏ, ਜੋ ਕਿ ਚੰਡੀਗੜ੍ਹ ਪਾਸ ਹੈ, ਜਿੱਥੇ 9ਵੇਂ ਪਾਤਸ਼ਾਹ ਜੀ ਦਾ ਪਵਿੱਤਰ ਸੀਸ ਭਾਈ ਜੈਤਾ ਜੀ ਲੈ ਕੇ ਆਏ। ਕੁਝ ਸਮਾਂ ਟਿਕੇ ਤੇ 10ਮ ਪਾਤਸ਼ਾਹ ਜੀ ਨੇ ਦਰਗਾਹੀ ਸ਼ਾਹ ਫਕੀਰ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ। ਉੱਥੇ ਸਤਿਕਾਰਯੋਗ ਬਿਰਧ ਮਾਤਾ ਹਰਬੰਸ ਕੌਰ ਜੀ ਦੇ ਉਦਮ ਨਾਲ 1.5 ਮਹੀਨਾ ਰਹਿ ਕੇ 101 ਸ੍ਰੀ ਅਖੰਡ ਪਾਠ ਸਾਹਿਬ ਕੀਤੇ। ਕਥਾ ਕੀਰਤਨ ਦਾ ਪ੍ਰਵਾਹ ਚਲਾਇਆ। ਇੱਥੇ 5 ਵਾਰ ਲਗਾਤਾਰ ਹਰ ਸਾਲ 101 ਸ੍ਰੀ ਅਖੰਡ ਪਾਠ ਸਾਹਿਬ ਹੁੰਦੇ ਰਹੇ। ਉੱਥੋਂ ਅੱਗੇ ਗਣੇਸ਼ਪੁਰ ਭਾਰਟੇ ਪਹੁੰਚੇ, ਜਿੱਥੇ ਕਿ ਭਾਈ ਪ੍ਰੀਤਮ ਸਿੰਘ ਜੀ ਨੇ ਜਥੇ ਵਾਸਤੇ ਉਚੇਚੇ ਅੰਬਾਂ ਦੇ ਬਾਗ ਖਰੀਦ ਕੇ ਸੇਵਾ ਕੀਤੀ, ਜਿਨ੍ਹਾਂ ਦੇ ਭਾਈ ਬਾਬਾ ਲੱਖੋ ਜੀ ਬਲਵੰਤ ਸਿੰਘ, ਜੋ ਜਥੇ ਵਿੱਚ ਖਾਲਸਾ ਜੀ ਤੋਂ ਪੜ੍ਹੇ, ਅਫਰੀਕਾ ਵਿੱਚ ਗ੍ਰੰਥੀ ਸਿੰਘ ਦੀ ਸੇਵਾ ਕਰ ਰਹੇ ਹਨ। ਇੱਥੇ ਸੰਨ 1975 ਈਸਵੀ ਵਿੱਚ 101 ਸ੍ਰੀ ਅਖੰਡ ਪਾਠ ਖਾਲਸਾ ਜੀ ਦੇ ਆਪਣੇ ਜਥੇ ਵੱਲੋਂ ਕੀਤੇ ਗਏ ਹਨ। ਫਿਰ ਜਦੋਂ ਜਥਾ ਮਾਹਿਲਪੁਰ ਵਿਖੇ ਗਿਆ ਤਾਂ ਉੱਥੇ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ, ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਨੇ ਆਪਣੇ ਵੱਲੋਂ ਸਿੰਘ ਸਾਹਿਬ ਗਿਆਨੀ ਕਪੂਰ ਸਿੰਘ ਜੀ ਬਰਾੜ ਤੇ ਬਾਬਾ ਖੜਕ ਸਿੰਘ ਜੀ ਦੇ ਡੇਰੇ ਦੇ ਮਹੰਤ ਸ੍ਰੀਮਾਨ ਗੁਰਬਚਨ ਸਿੰਘ ਜੀ ਸਮੇਤ ਤਿੰਨਾਂ ਨੇ ਦਾਸ ਨੂੰ ਸਿਰੋਂ ਪਾਓ ਬਖਸ਼ੇ। ਜਦੋਂ ਵੀ ਸ੍ਰੀ ਅੰਮ੍ਰਿਤਸਰ ਜਥਾ ਜਾਂਦਾ ਤਾਂ ਬਹੁਤਾ ਬਾਬਾ ਖੜਕ ਸਿੰਘ ਜੀ ਦੇ ਡੇਰੇ ਹੀ ਖਾਲਸਾ ਜੀ ਦਾ ਉਤਾਰਾ ਹੁੰਦਾ। ਉੱਥੋਂ ਗੁਰਦੁਆਰਾ ਮਿੱਠਾ ਟਿਵਾਣਾ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਮਹੰਤ ਤਾਰਾ ਸਿੰਘ ਜੀ ਦੀ ਪ੍ਰੇਰਨਾ ਨਾਲ ਪਹੁੰਚੇ। ਹਰ ਸਾਲ ਜਥਾ ਹੁਣ ਵੀ ਜਾਂਦਾ ਹੈ। ਬਾਬਾ ਤਾਰਾ ਸਿੰਘ ਜੀ ਚੱਕੋਵਾਲ, ਜੋ ਖਾਲਸਾ ਜੀ ਦੇ ਪੁਰਾਣੇ ਤੇ ਦਿਲੀ ਮਿਲਾਪੀ ਸਨ, ਨੇ ਆਪਣੇ ਨਗਰ ਲਿਜਾ ਕੇ ਪਰਿਵਾਰ ਸਮੇਤ ਬਹੁਤ ਭਾਰੀ ਸੇਵਾ ਕੀਤੀ ਤੇ ਹੁਣ ਵੀ ਹਰ ਸਾਲ ਜਥੇ ਨੂੰ ਲਿਜਾ ਕੇ ਸੇਵਾ ਕਰਦੇ ਹਨ। ਸੰਤ ਪ੍ਰੀਤਮ ਸਿੰਘ ਜੀ ਠੀਕਰੀਵਾਲ ਵੀ ਨਾਲ ਗਏ। ਉੱਥੇ ਹੀ ਗਿਆਨੀ ਗੁਰਦੇਵ ਸਿੰਘ ਜੀ ਪਿੰਡ ਸਲਾਲੇ ਵਾਲੇ ਪੁੱਜੇ। ਇਹ ਵੀ ਜ਼ਿਲ੍ਹਾ ਲਾਇਲਪੁਰ ਦੇ ਪੁਰਾਣੇ ਦਿਲੀ ਮਿਲਣਸਾਰੀ ਹਨ, ਜੋ ਹੁਣ ਆਪਣੇ ਨਗਰ ਸਲਾਲੇ ਵਿੱਚ ਹਰ ਸਾਲ 1 ਤੋਂ 8 ਪੋਹ ਤੱਕ ਜਥੇ ਦਾ ਪ੍ਰੋਗਰਾਮ ਰੱਖ ਕੇ ਭਾਰੀ ਪ੍ਰਭਾਵ ਚਲਾਉਂਦੇ ਹਨ। ਆਸ-ਪਾਸ ਤੋਂ ਹਰ ਰੋਜ਼ ਇਲਾਕੇ ਦੀਆਂ ਸੰਗਤਾਂ ਜੁੜ ਕੇ ਕਥਾ ਕੀਰਤਨ ਦਾ ਆਨੰਦ ਮਾਣਦੀਆਂ ਹਨ। ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਮਨਾਉਂਦੀਆਂ ਤੇ ਆਪਣਾ ਜੀਵਨ ਸਫਲ ਕਰਦੀਆਂ ਹਨ। ਭਿੰਡਰੀ ਜੋੜ ਮੇਲੇ ਤੋਂ ਮਗਰੋਂ ਅੱਸੂ ਵਿੱਚ ਸ੍ਰੀ ਗੰਗਾ ਨਗਰ ਪਹੁੰਚੇ, ਜਿੱਥੇ ਸਰਦਾਰ ਜਵਾਹਰ ਸਿੰਘ, ਪਿਆਰ ਸਿੰਘ ਜੀ ਲਾਇਲਪੁਰੀ ਸਮੇਤ ਪਰਿਵਾਰ ਦੇ ਆਪਣੇ ਬਾਗ ਵਿੱਚ
ਬਹੁਤ ਸਮਾਂ ਜਥੇ ਸੰਗਤ ਨੂੰ ਰੱਖ ਕੇ ਭਾਰੀ ਸੇਵਾ ਕਰਦੇ ਤੇ ਹੁਣ ਵੀ ਹਰ ਸਾਲ ਸਾਰੀ ਸੰਗਤ ਨਾਲ ਜੁੜ ਮਿਲ ਕੇ ਬਹੁਤ ਸੇਵਾ ਕਰਦੇ ਤੇ ਪ੍ਰਚਾਰ ਕਰਾਉਂਦੇ। ਸਰਦਾਰ ਮੱਖਣ ਸਿੰਘ ਜੀ ਠੇਕੇਦਾਰ, ਨਾਮ ਰਸੀਆ ਮਹਾਨ ਅਭਿਆਸੀ, ਸਾਧਨ ਸੰਪੰਨ ਡਾਕਟਰ ਅਰਜਨ ਸਿੰਘ ਜੀ, ਸ੍ਰੀਮਾਨ ਗਿਆਨੀ ਆਤਮਾ ਸਿੰਘ ਜੀ ਚੱਕ 5A ਵਾਲੇ, ਸਾਰੇ ਪ੍ਰੇਮੀ, ਮਾਈ ਸਵਰਨ ਕੌਰ, ਸਰਦਾਰ ਰਸ਼ਬੇਗ ਸਿੰਘ, ਸਰਦਾਰ ਅਮੋਲਕ ਸਿੰਘ ਜੀ, ਟਹਿਲ ਸਿੰਘ ਜੀ, ਭਾਈ ਫਕੀਰ ਸਿੰਘ ਜੀ, ਸਾਰੇ ਗੁਰਦੁਆਰਿਆਂ ਦੇ ਪ੍ਰਧਾਨ, ਸੇਵਾਦਾਰਾਂ ਤੇ ਸਮੁੱਚੀ ਸੰਗਤ ਨੇ ਲੰਗਰ ਤੇ ਵਸਤਰਾਂ ਆਦਿਕਾਂ ਦੀ ਭਾਰੀ ਸੇਵਾ ਕੀਤੀ ਤੇ ਹੁਣ ਵੀ ਕਰਦੇ ਹਨ। ਇੱਥੇ ਹੀ ਸੰਤ ਚੰਨਣ ਸਿੰਘ ਜੀ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਰਦਾਰ ਜਵਾਹਰ ਸਿੰਘ ਜੀ ਨੂੰ ਇਹਨਾਂ ਦੇ ਘਰ ਖਾਲਸਾ ਜੀ ਨੇ ਉਚੇਚਾ ਕਿਹਾ, ਅਸੀਂ ਅੱਗੇ ਤੋਂ ਸੇਵਾ ਕਰਤਾਰ ਸਿੰਘ ਨੂੰ ਬਖਸ਼ੀ ਹੈ ਅਤੇ ਤੁਸੀਂ ਇਹਨਾਂ ਨਾਲ ਸਹਿਮਤ ਰਹਿਣਾ। ਇੱਥੇ ਗਿਆਨੀ ਆਤਮਾ ਸਿੰਘ ਜੀ ਅੰਮ੍ਰਿਤ ਰੂਪ ਕਥਾ ਤੇ ਸਿਮਰਨ ਭਜਨ ਦਾ ਪ੍ਰਵਾਹ ਚਲਾਉਂਦੇ ਹਨ। ਭਾਈ ਰਣਬੀਰ ਸਿੰਘ ਜੀ ਗਰੇਵਾਲ ਨੇ ਵੀ ਉਚੇਚੀ ਸੇਵਾ ਕੀਤੀ, ਜੋ ਹੁਣ ਵੀ ਆਪਣੇ ਨਗਰ ਨਾਰੰਗਵਾਲ ਜਥਾ ਲਿਜਾ ਕੇ ਸਾਰਾ ਹੀ ਪਰਿਵਾਰ ਸ਼ਰਧਾ ਭਾਵਨਾ ਨਾਲ ਸੇਵਾ ਕਰਦੇ ਹਨ। ਉੱਥੋਂ ਜਥੇ ਨੇ ਸ੍ਰੀ ਮੁਕਤਸਰ ਟੁੱਟੀ ਗੰਢੀ ਸਾਹਿਬ ਦੇ ਪ੍ਰਬੰਧਕਾਂ ਗਿਆਨੀ ਜਗਦੀਸ਼ ਸਿੰਘ ਜੀ, ਸਾਰੇ ਸ਼ਹਿਰ ਦੀਆਂ ਸੰਗਤਾਂ ਨੇ ਦੇ ਉਦਮ ਨਾਲ ਪਹੁੰਚ ਕੇ ਭਾਰੀ ਕੀਰਤਨ ਕਥਾ ਤੇ ਕੀਰਤਨ ਭਜਨ ਦਾ ਆਨੰਦ ਮਾਣਿਆ ਤੇ ਭਾਰੀ ਅੰਮ੍ਰਿਤ ਸੰਚਾਰ ਹੋਇਆ। ਨੇੜੇ ਪਿੰਡ ਕਬਰਵਾਲਾ, ਸਦਰਵਾਲਾ, ਲੱਦੂਵਾਲਾ ਆਦਿ ਦੀਆਂ ਸੰਗਤਾਂ ਨੇ ਬਹੁਤ ਸੇਵਾ ਕੀਤੀ ਤੇ ਹੁਣ ਵੀ ਜਥਾ ਹਰ ਸਾਲ ਇੱਥੇ ਜਾਂਦਾ ਹੈ। ਸ੍ਰੀ ਮੁਕਤਸਰ ਸਾਹਿਬ ਦੇ ਚੁਫੇਰੇ ਦੇ ਨਗਰਾਂ ਦੀਆਂ ਸੰਗਤਾਂ ਵੱਧ ਚੜ੍ਹ ਕੇ ਸੇਵਾ ਕਰਦੀਆਂ ਤੇ ਕਥਾ ਕੀਰਤਨ ਦਾ ਆਨੰਦ ਮਾਣਦੀਆਂ ਹਨ। ਸੰਨ 1971 ਈਸਵੀ ਦੇ ਜੰਗ ਦੇ ਦਿਨਾਂ ਵਿੱਚ ਪਿੰਡ ਕਬਰਵਾਲਾ ਜਾਂ ਸਦਰਵਾਲਾ ਦੀ ਸੰਗਤ ਨੇ ਜੋ ਸੇਵਾ ਕੀਤੀ ਸੀ ਉਹ ਕਦੇ ਭੁੱਲਣ ਵਾਲੀ ਨਹੀਂ। ਫਿਰ ਜਥਾ ਪਿੰਡ ਦੌਦਰ ਭਾਈ ਜਗੀਰ ਸਿੰਘ ਜੀ, ਭਾਈ ਕਪੂਰ ਸਿੰਘ ਜੀ, ਭਾਈ ਹਰਦੇਵ ਸਿੰਘ ਜੀ ਆਦਿ ਦੇ ਉਦਮ ਨਾਲ ਰਿਹਾ। ਉੱਥੇ ਕਥਾ ਕੀਰਤਨ ਦਾ ਬਹੁਤ ਪ੍ਰਵਾਹ ਚੱਲਿਆ। ਸਮੂਹ ਸੰਗਤਾਂ ਸੇਵਾ ਕਰਕੇ ਨਿਹਾਲ ਹੋਈਆਂ। ਉੱਥੋਂ ਢੁੱਡੀ ਕੇ ਤੇ ਫਿਰ ਸ੍ਰੀਮਾਨ ਗਿਆਨੀ ਵੀਰ ਸਿੰਘ ਜੀ ਮਹੰਤ ਗੁਰਦੁਆਰਾ ਗੁਰੂਸਰ ਵਾਲੇ, ਜੋ ਜਥੇ ਵਿੱਚ ਪੜ੍ਹੇ ਹਨ, ਮਹਾਨ ਵਿਦਵਾਨ ਹਨ, ਉਹ ਜਥੇ ਨੂੰ ਲੈ ਗਏ। ਭਾਈ ਰਤਨ ਸਿੰਘ ਜੀ ਆਦਿਕ ਨਗਰ ਵਾਲਿਆਂ ਨੇ ਭਾਰੀ ਸੇਵਾ ਕੀਤੀ। ਉੱਥੋਂ ਧਰਮਕੋਟ ਭਾਈ ਗੁਰਦੇਵ ਸਿੰਘ ਜੀ ਤੇ ਜਥੇ ਵਿੱਚ ਰਹਿਣ ਵਾਲੇ ਭਾਈ ਕਿਸ਼ਨ ਸਿੰਘ ਜੀ, ਭਾਈ ਧਾਰਾ ਸਿੰਘ ਜੀ, ਭਾਈ ਸਰਵਣ ਸਿੰਘ ਜੀ ਦੇ ਪ੍ਰੇਰਨਾ ਨਾਲ ਪਹੁੰਚੇ। ਗੁਰਮਤਿ ਦਾ ਭਾਰੀ ਪ੍ਰਚਾਰ ਕੀਤਾ। ਇੱਥੇ ਤੇ ਨੇੜੇ ਦੇ ਨਗਰਾਂ ਜਲਾਲਾਬਾਦ, ਕਿਸ਼ਨਪੁਰੇ ਤੇ ਦਾਨੋਵਾਲ ਦੀ ਸੰਗਤ ਨੇ ਬਹੁਤ ਸੇਵਾ ਕੀਤੀ ਤੇ ਬੜਾ ਆਨੰਦ ਮਾਣਿਆ। ਉੱਥੋਂ ਸ੍ਰੀਮਾਨ ਕਿਰਪਾਲ ਸਿੰਘ ਜੀ, ਜਥੇਦਾਰ ਜੋਗਿੰਦਰ ਸਿੰਘ ਜੀ ਤੇ ਸਾਰੇ ਨਗਰ ਦੀ ਸੰਗਤ ਦੀ ਬੇਨਤੀ ਮੰਨ ਕੇ ਜਥਾ ਪਿੰਡ ਰੋਡੇ ਜੋਧਪੁਰ ਪਹੁੰਚਿਆ। ਇੱਥੇ ਬੇਅੰਤ ਤਿਆਰ ਸਿੰਘ ਹਨ। ਬਹੁਤ ਸੇਵਾ, ਕਥਾ, ਕੀਰਤਨ, ਅੰਮ੍ਰਿਤ ਵਰਖਾ ਹੋਈ। ਉੱਥੋਂ ਪਿੰਡ ਲੰਗੇ ਆਣੇ ਦੀ ਸੰਗਤ ਨੇ ਜਥੇਦਾਰ ਪ੍ਰਤਾਪ ਸਿੰਘ ਜੀ ਦੀ ਪ੍ਰੇਰਨਾ ਨਾਲ ਉੱਥੇ ਪਹੁੰਚ ਕੇ ਗੁਰਮਤਿ ਪ੍ਰਚਾਰ ਕਰਕੇ ਸੰਗਤ ਨੂੰ ਨਿਹਾਲ ਕੀਤਾ। ਉੱਥੋਂ ਪਿੰਡ ਧੀਰੇ ਪੱਤਰੇ ਦੀ ਸੰਗਤ ਸ੍ਰੀਮਾਨ ਸਤਿਕਾਰਯੋਗ ਗਿਆਨੀ ਮੋਹਨ ਸਿੰਘ ਜੀ, ਭਗਤ ਉਜਾਗਰ ਸਿੰਘ ਜੀ, ਬਾਬੂ ਸਾਵਣ ਸਿੰਘ ਜੀ, ਭਾਈ ਜਗੀਰ ਸਿੰਘ ਜੀ, ਸਰਦਾਰ ਦਰਸ਼ਨ ਸਿੰਘ ਜੀ, ਭਾਈ ਗੁਰਦੀਪ ਸਿੰਘ ਜੀ, ਭਾਈ ਦਾਰਾ ਸਿੰਘ, ਸਰਦਾਰ ਗੁਲਾਬ ਸਿੰਘ ਜੀ ਸਰਪੰਚ ਭਾਵ ਸਾਰੀ ਸੰਗਤ ਪ੍ਰੇਮ ਨਾਲ ਜਥਾ ਲੈ ਗਏ। ਨੇੜੇ ਦੇ ਪਿੰਡ ਬਸਤੀ ਨੱਥੇ ਵਾਲੀ ਦੇ ਸਾਰੇ ਗੁਰਮੁਖਾਂ ਨੇ ਵੀ ਲਾਭ ਲਿਆ। ਖਾਲਸਾ ਜੀ ਦਾ ਸਰੀਰ ਬਹੁਤ ਢਿੱਲਾ ਹੋ ਗਿਆ। ਸੰਗਤ ਦਾ ਵਚਨ ਮੰਨ ਕੇ
ਪਟਿਆਲੇ ਗਏ ਤੇ ਉੱਥੇ ਭਾਈ ਉਪਕਾਰ ਸਿੰਘ ਜੀ ਬੇਦੀ ਦੇ ਘਰ ਠਹਿਰੇ। ਉਸ ਨੇ ਬਹੁਤ ਸੇਵਾ ਕੀਤੀ। ਤਕਰੀਬਨ ਜਦੋਂ ਵੀ ਸਰੀਰ ਢਿੱਲਾ ਹੋਵੇ ਤੇ ਪਟਿਆਲੇ ਜਾਣ ਤਾਂ ਇਹਨਾਂ ਦੇ ਘਰ ਹੀ ਰਹਿੰਦੇ ਰਹੇ। ਹਰ ਵਾਰੀ ਇਹ ਦਿਲੀ ਪਿਆਰ ਨਾਲ ਸੇਵਾ ਕਰਦੇ ਤੇ ਬਹੁਤੇ ਖੁਸ਼ੀ ਪ੍ਰਾਪਤ ਕਰਦੇ। ਉੱਥੇ ਹੀ ਗਿਆਨੀ ਪ੍ਰੀਤਮ ਸਿੰਘ ਜੀ, ਹੈਡ ਗ੍ਰੰਥੀ ਸ੍ਰੀ ਦੁੱਖ ਨਿਵਾਰਨ ਸਾਹਿਬ, ਜੋ ਅੱਜ ਕੱਲ੍ਹ ਅਫਰੀਕਾ ਵਿੱਚ ਪ੍ਰਚਾਰ ਕਰ ਰਹੇ ਹਨ, ਦੇ ਘਰ ਬਚਨ ਕੀਤੇ। ਸਾਡੇ ਸਰੀਰ ਦਾ ਸੰਸਕਾਰ ਪਤਾਲਪੁਰੀ ਸਾਹਿਬ ਕਰਨਾ, ਜੋ ਉਹਨਾਂ ਦੇ ਬਚਨ ਅਨੁਸਾਰ ਕਾਫੀ ਦਿੱਕਤਾਂ ਹੁੰਦਿਆਂ ਹੋਇਆਂ ਵੀ ਉੱਥੇ ਹੀ ਹੋਇਆ। ਪਟਿਆਲੇ ਤੋਂ ਰਾਜੀ ਹੋ ਕੇ ਪਿੰਡ ਝੋਕ ਹਰੀਹਰ ਆਏ, ਜਿੱਥੇ ਸਰਦਾਰ ਅਵਤਾਰ ਸਿੰਘ ਜੀ, ਭਾਈ ਦਰਸ਼ਨ ਸਿੰਘ ਜੀ, ਮਾਈ ਪ੍ਰਤਾਪ ਕੌਰ ਜੀ, ਭਾਈ ਗੁਰਚਰਨ ਸਿੰਘ ਜੀ ਤੇ ਸਾਰੀ ਸੰਗਤ ਨੇ ਬਹੁਤ ਭਾਰੀ ਸੇਵਾ ਕੀਤੀ। ਇੱਥੇ ਪਹਿਲੋਂ ਪਹਿਲ ਜਥਾ ਭਾਈ ਸੋਹਣ ਸਿੰਘ ਜੀ ਤੇ ਧੀਰੇ ਪੱਤਰੇ ਦੀ ਸੰਗਤ ਦੁਆਰਾ ਪਹੁੰਚਿਆ ਸੀ, ਜੋ ਭਾਈ ਸਾਹਿਬ ਸੰਗਤ ਦੇ ਬਹੁਤ ਸੇਵਾਦਾਰ ਸਨ। ਇੱਥੋਂ ਭੂਰੇ ਪੁਰਾਣੇ ਜ਼ਿਲ੍ਹਾ ਅੰਮ੍ਰਿਤਸਰ ਭਾਈ ਹਰਨਾਮ ਸਿੰਘ ਜੀ, ਭਾਈ ਸ਼ਿੰਗਾਰ ਸਿੰਘ ਜੀ, ਭਾਈ ਸੁਰਜੀਤ ਸਿੰਘ, ਗ੍ਰੰਥੀ ਭਾਈ ਗੁਰਦੀਪ ਸਿੰਘ ਜੀ, ਜਥੇਦਾਰ ਝੰਡਾ ਸਿੰਘ ਜੀ, ਦਾਸ ਦੇ ਪਿਤਾ ਜੀ, ਭਾਈ ਰਛਪਾਲ ਸਿੰਘ ਜੀ, ਭਾਈ ਗੁਰਦੀਪ ਸਿੰਘ ਜੀ ਤੇ ਸੰਗਤਾਂ ਦੀ ਬੇਨਤੀ ਮੰਨ ਕੇ 13ਵੀਂ ਵਾਰ ਇੱਥੇ ਪਹੁੰਚੇ। ਇੱਥੋਂ ਦੇ ਨੇੜੇ ਦੇ ਨਗਰ ਖੇਮਕਰਨ ਭਾਈ ਅਜੈਬ ਸਿੰਘ ਤੇ ਸਾਰੇ ਸੰਗਤ ਨੇ ਆਨੰਦ ਮਾਣਿਆ ਅਤੇ ਹੋਰ ਨਗਰਾਂ ਦੀਆਂ ਸੰਗਤਾਂ, ਪਿੰਡ ਮਨਾਵਾਂ, ਭਾਈ ਲੱਖੂ ਜੀ ਦਾ ਪਰਿਵਾਰ, ਭਾਈ ਸੁਜਾਨ ਸਿੰਘ ਜੀ ਆਦਿਕ, ਆਸਲ, ਚੀਮੇ, ਵਲਟੋਹਾ, ਮਸਤਗੜ੍ਹ, ਭੂਰੇ ਨਵੇਂ, ਮਹਿੰਦੀਪੁਰ ਆਦਿਕ ਦੀਆਂ ਸੰਗਤਾਂ ਨੇ ਆਨੰਦ ਮਾਣਿਆ। ਭੂਰੇ ਗੁਰਦੁਆਰੇ ਦੀ ਚਾਰ ਦੀਵਾਰੀ, ਪਿਛਲੇ ਪਾਸੇ ਥੜਾ ਤੇ ਦਰਵਾਜ਼ਾ ਬਣਾਇਆ। ਉੱਥੋਂ ਪੱਟੀ ਦੀ ਅਤਿਅੰਤ ਗੁਰਮੁਖ ਪਿਆਰੀ ਸਾਧ ਸੰਗਤ ਨੇ ਬੜੇ ਅਦਬ ਨਾਲ, ਪ੍ਰੇਮ ਨਾਲ ਜਥੇ ਨੂੰ ਲਿਜਾ ਕੇ ਕਥਾ ਕੀਰਤਨ ਦਾ ਆਨੰਦ ਪ੍ਰਾਪਤ ਕੀਤਾ। ਹੁਣ ਵੀ ਸਾਰੇ ਨਗਰਾਂ ਵਿੱਚੋਂ ਅਨੇਕਾਂ ਪ੍ਰਾਣੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਰਹੇ ਹਨ। ਹਰੇਕ ਪਿੰਡ ਵਿੱਚ ਅੰਮ੍ਰਿਤ ਪ੍ਰਚਾਰ ਵੱਧ ਚੜ੍ਹ ਕੇ ਹੋ ਰਿਹਾ ਹੈ। ਉੱਥੋਂ ਪਿੰਡ ਸਭਰਾਵਾਂ ਭਾਈ ਦਲੀਪ ਸਿੰਘ, ਭਾਈ ਬੂੜ ਸਿੰਘ, ਜੋ ਜਥੇ ਵਿੱਚ ਸਿੰਘਾਂ ਨੂੰ ਸੰਥਿਆ ਕਰਾ ਕੇ ਸੇਵਾ ਕਰਦੇ ਰਹੇ ਹਨ, ਉਹਨਾਂ ਦੇ ਪਰਿਵਾਰ ਤੇ ਸਾਰੇ ਨਗਰ ਨੇ ਬਹੁਤ ਸੇਵਾ ਕੀਤੀ। ਅੰਮ੍ਰਿਤ ਛਕ ਕੇ ਤਿਆਰ ਹੋਏ। ਉੱਥੋਂ ਪਿੰਡ ਸਰਹਾਲੀ ਸ੍ਰੀ ਮਾਨ ਪੂਜਨਿਕ ਸੇਵਾ ਦੇ ਪੁੰਜ ਸੰਤ ਤਾਰਾ ਸਿੰਘ ਜੀ ਤੇ ਗੁਰੂ ਘਰ ਦੇ ਮਹਾਨ ਸੇਵਾਦਾਰ ਮਾਤਾ ਗੁਰਦੀਪ ਕੌਰ ਜੀ ਦੀ ਪ੍ਰੇਰਨਾ ਨਾਲ ਪੁੱਜ ਕੇ ਬਹੁਤ ਭਾਰੀ ਗੁਰਮਤਿ ਦਾ ਪ੍ਰਵਾਹ ਚਲਾਇਆ। ਬਾਬਾ ਜੀ ਨੇ ਬੇਅੰਤ ਗੁਰਦੁਆਰਿਆਂ ਦੀ ਸੇਵਾ ਕੀਤੀ ਤੇ ਕਰਵਾ ਰਹੇ ਹਨ। ਉੱਥੋਂ ਪਿੰਡ ਨੌਸ਼ਹਿਰੇ ਸੰਤ ਤੇਜਾ ਸਿੰਘ ਜੀ, ਜਥੇਦਾਰ ਦੇਵਾ ਸਿੰਘ ਜੀ ਆਦਿਕ ਗੁਰਮੁਖਾਂ ਦੀ ਪ੍ਰੇਰਨਾ ਨਾਲ ਪੁੱਜੇ। ਹਰ ਸਾਲ ਜਥਾ ਹੁਣ ਵੀ ਲਗਾਤਾਰ ਇਹਨਾਂ ਨਗਰਾਂ ਵਿੱਚ ਪਹੁੰਚ ਕੇ ਕਥਾ ਕੀਰਤਨ ਤੇ ਅੰਮ੍ਰਿਤ ਪ੍ਰਚਾਰ ਦਾ ਪ੍ਰਵਾਹ ਚਲਾਉਂਦਾ ਹੈ ਅਤੇ ਸੰਤਾਂ ਮਹਾਂਪੁਰਖਾਂ ਦੇ ਉਦਮ ਨਾਲ ਚੋਲਾ ਸਾਹਿਬ ਵਿੱਚ ਵੀ ਜਾ ਕੇ ਗੁਰੂ ਕੀ ਕਥਾ ਤੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਦਾ ਹੈ। ਉੱਥੋਂ ਪਿੰਡ ਬੋਪਾ ਰਾਏ ਸੰਤ ਸੁੰਦਰ ਸਿੰਘ ਜੀ ਪਿੰਡਰਾਂ ਵਾਲਿਆਂ ਦੇ ਸਾਲਾਨਾ ਜੋੜ ਮੇਲੇ ਤੇ ਪੁੱਜੇ, ਜਿੱਥੇ ਸੱਚਖੰਡ ਵਾਸੀ ਮਹਾਂਪੁਰਖਾਂ ਦੇ ਭਾਈ ਸ੍ਰੀ ਮਾਨ ਸੰਤ ਇੰਦਰ ਸਿੰਘ ਜੀ, ਸ੍ਰੀ ਮਾਨ ਸੰਤ ਅਜੈਬ ਸਿੰਘ ਜੀ, ਸ੍ਰੀ ਮਾਨ ਸੰਤ ਨਰਾਇਣ ਸਿੰਘ ਜੀ, ਲਧਾਈ ਕੇ ਵਾਲੇ ਤੇ ਹੋਰ ਪਤਵੰਤੇ ਵੀ ਪੁੱਜੇ। ਖਾਲਸਾ ਜੀ ਦਾ ਉਤਾਰਾ ਹਰ ਸਾਲ ਸੇਵਾ ਦੇ ਪੁੰਜ ਬਾਬਾ ਸਰਵਣ ਸਿੰਘ ਜੀ, ਮਾਤਾ ਦਲੀਪ ਕੌਰ ਜੀ, ਜੋ ਬਹੁਤ ਚਾਅ ਅਤੇ ਉਤਸ਼ਾਹ ਨਾਲ ਲਗਾਤਾਰ ਸੇਵਾ ਕਰਦੇ ਆ ਰਹੇ ਹਨ, ਉਹਨਾਂ ਦੇ ਘਰ ਹੋਇਆ। ਇੱਥੇ ਬੀਬਾ ਨਿਰੰਜਨ ਕੌਰ ਪਵਿੱਤਰ ਆਤਮਾ ਧਨੌਲੇ ਵਾਲੇ, ਬੀਬੀ ਆਸਾ ਦੀ ਵਾਰ ਤਖੱਲਸ ਵਾਲੇ ਪਹੁੰਚੇ ਸਨ। ਇੱਥੇ ਖਾਲਸਾ ਜੀ ਨੇ ਜੋੜ ਮੇਲੇ ਤੇ ਸਭ ਸੰਗਤਾਂ ਨੂੰ ਮਠਿਆਈ ਦਾ ਭੰਡਾਰਾ ਕੀਤਾ
ਨੇੜੇ ਨੇੜੇ ਦੇ ਨਗਰਾਂ ਜੱਸੋਵਾਲ, ਤੁਗਲ, ਸੁਧਾਰ, ਕਲਾਰ, ਤਲਵੰਡੀ ਰਾਏ ਕੀ, ਰਾਜੋਆਣਾ, ਨੂਰਪੁਰ, ਰਾਜਗੜ੍ਹ ਤੋਂ ਭਾਈ ਗੁਰਦੇਵ ਸਿੰਘ ਜੀ, ਭਾਈ ਸੋਹਣ ਸਿੰਘ ਜੀ, ਹਲਵਾਰਾ, ਦਾਖਾ, ਖਡੂਰ, ਮਨਸੂਰਾਂ, ਨਾਰੰਗਵਾਲ ਆਦਿਕ ਦੀ ਬੇਅੰਤ ਸੰਗਤ ਜੁੜੀ। ਖਾਲਸਾ ਜੀ ਨੇ ਸ਼ਬਦ ਦੀ ਐਸੀ ਅਲੌਕਿਕ ਕਥਾ ਕੀਤੀ, ਸਭ ਸਰੋਤੇ ਗਦ ਗਦ ਹੋ ਗਏ। ਬਹੁਤ ਪਰਿਵਾਰਾਂ ਨੇ ਅੰਮ੍ਰਿਤ ਛਕਿਆ। ਇੱਥੇ ਹੁਣ ਗਿਆਨੀ ਨਿਰੰਜਨ ਸਿੰਘ ਜੀ ਵੈਦ ਮਹੰਤ ਹਨ। ਗਿਆਨੀ ਕਿਰਪਾਲ ਸਿੰਘ ਜੀ ਕਥਾ ਕਰਦੇ ਹਨ। ਇਹ ਖਾਲਸਾ ਜੀ ਦਾ ਇੱਥੇ ਆਖਰੀ ਜੋੜ ਮੇਲਾ ਸੀ। ਇਸ ਤੋਂ ਕੁਝ ਦਿਨ ਆਪਣੇ ਜਨਮ ਨਗਰ ਅਖਾੜੇ ਮਹੰਤ ਮਾਧੋ ਸਿੰਘ ਜੀ, ਵਰਤਮਾਨ ਮਹੰਤ ਸੰਤ ਜਗੀਰ ਸਿੰਘ ਜੀ, ਗਿਆਨੀ ਹਾਕਮ ਸਿੰਘ ਅਤੇ ਨਗਰ ਦੀ ਪ੍ਰੇਰਨਾ ਨਾਲ ਪੁੱਜ ਕੇ ਗੁਰਮਤਿ ਦਾ ਪ੍ਰਚਾਰ ਕਰਕੇ ਪਿੰਡ ਮਨਾਵੇਂ ਜੀਰੇ ਕੋਲ ਦੇ ਸੰਗਤ ਦੇ ਪ੍ਰੇਮ ਸਦਕਾ ਪੁੱਜੇ। ਸੋਹਣਾ ਸਿਮਰਨ ਭਜਨ ਦਾ ਪ੍ਰਵਾਹ ਚਲਾ ਕੇ ਫਿਰ ਸ੍ਰੀ ਖਡੂਰ ਸਾਹਿਬ ਦੀ ਸੰਗਤ ਦੀ ਬੇਨਤੀ ਮੰਨ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਪੁੱਜੇ। ਨੇੜੇ ਨੇੜੇ ਦੇ ਨਗਰਾਂ ਦੀਆਂ ਸੰਗਤਾਂ ਪੁੱਜ ਰਹੀਆਂ ਸਨ। ਭਾਰੀ ਗੁਰਮਤਿ ਦਾ ਪ੍ਰਚਾਰ ਕੀਤਾ। ਇੱਥੋਂ ਇੱਕ ਦਿਨ ਸ੍ਰੀ ਗੋਇੰਦਵਾਲ ਸਾਹਿਬ ਪੁੱਜ ਕੇ ਬਹੁਤ ਸਿੰਘਾਂ ਨੇ 84 ਕੱਟਣ ਵਾਸਤੇ ਸ੍ਰੀ ਜਪਜੀ ਸਾਹਿਬ ਦੇ 84 ਪਾਠ ਤੇ ਇਸ਼ਨਾਨ ਕੀਤੇ। ਉਪਰੰਤ ਸ੍ਰੀ ਮਾਨ ਗਿਆਨੀ ਦਲੀਪ ਸਿੰਘ ਜੀ ਕਥਾਵਾਚਕ ਸ੍ਰੀ ਮੰਜੀ ਸਾਹਿਬ ਦੇ ਉਦਮ ਨਾਲ ਸਰਦਾਰ ਅਵਤਾਰ ਸਿੰਘ ਜੀ, ਸਰਦਾਰ ਭਾਗ ਸਿੰਘ ਜੀ ਅਣਖੀ, ਠੇਕੇਦਾਰ ਭਾਈ ਨਿਰਮਲ ਸਿੰਘ ਜੀ ਦੀ ਪ੍ਰੇਰਨਾ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਸਾਖੀ ਦੇ ਸਮੇਂ ਦਰਸ਼ਨ ਇਸ਼ਨਾਨ ਕੀਤੇ। ਕਥਾ ਕੀਰਤਨ ਦਾ ਆਨੰਦ ਮਾਣਿਆ। ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਮਾਨ ਪਰਮ ਸਤਿਕਾਰਯੋਗ ਵਿਦਿਆ ਮਾਰਤੰਡ ਸੰਤ ਗਿਆਨੀ ਕਿਰਪਾਲ ਸਿੰਘ ਜੀ ਗਲੀ ਸੱਤੋ ਵਾਲੇ ਖਾਲਸਾ ਜੀ ਨਾਲ ਬਹੁਤ ਦਿਲੀ ਪਿਆਰ ਕਰਦੇ ਤੇ ਹੁਣ ਵੀ ਕਰਦੇ ਹਨ। ਜਦੋਂ ਖਾਲਸਾ ਜੀ ਦਾ 1966 ਈਸਵੀ ਵਿੱਚ ਬਲੱਡ ਪ੍ਰੈਸ਼ਰ ਨਾਲ ਸਰੀਰ ਢਿੱਲਾ ਹੋਇਆ ਤਾਂ ਉਸ ਵੇਲੇ ਆਪ ਜੀ ਨੇ ਖਾਲਸਾ ਜੀ ਦੀ ਬੜੀ ਉਚੇਚੀ ਸੇਵਾ ਕੀਤੀ ਸੀ। ਇੱਥੋਂ ਸ੍ਰੀ ਤਰਨਤਾਰਨ ਸਾਹਿਬ ਤੇ ਫਿਰ ਭਾਈ ਸੰਤ ਸਿੰਘ ਜੀ, ਭਾਈ ਮੇਵਾ ਸਿੰਘ ਨੰਗਲੀ ਤੇ ਹੋਰ ਸੰਗਤ ਦੀ ਬੇਨਤੀ ਪ੍ਰਵਾਨ ਕਰਕੇ ਪਿੰਡ ਨੰਗਲੀ ਪਹੁੰਚੇ। ਮਾਸਟਰ ਗੁਰਬਚਨ ਸਿੰਘ ਜੀ ਦੇ ਘਰ ਸਿੰਘਾਂ ਦਾ ਉਤਾਰਾ ਸੀ। ਸੋ ਅੱਗੇ ਹੈ ਮਹਿਤੇ ਵਿਖੇ ਪਹੁੰਚਣਾ। ਨੰਗਲੇ ਪਿੰਡ ਤੋਂ ਮਹਿਤੇ ਪਹੁੰਚ ਕੇ ਬਾਬਾ ਭਾਨ ਸਿੰਘ ਜੀ ਦੇ ਚੁਬਾਰੇ ਸੱਚਖੰਡ ਗਮਨ ਅਸਥਾਨ ਵਿਖੇ ਆਸਣ ਜਮਾ ਲਿਆ। 2 ਦਿਨ 13-14 ਹਾੜ ਨੂੰ 3-3 ਕਥਾ ਹਰ ਰੋਜ਼ ਕੀਤੀਆਂ। ਇੱਥੇ ਪਿੰਡ ਬਰਿਆਰਾਂ ਵਾਲੇ ਸੰਤ ਕਰਤਾਰ ਸਿੰਘ ਜੀ ਅਤੇ ਮੰਡਿਆਲੇ ਵਾਲੇ ਬਿਰਖਤ ਮੇਹਰ ਸਿੰਘ ਜੀ, ਪਿੰਡ ਬੁੱਟਰ ਜ਼ਿਲ੍ਹਾ ਗੁਰਦਾਸਪੁਰ ਵਾਲੇ ਬਾਬਾ ਅਮਰ ਸਿੰਘ ਜੀ, ਪੁਰਾਣੇ ਗੜਵਈ ਭਾਈ ਸਵਰਨ ਸਿੰਘ ਜੀ ਠੱਕਰਵਾਲ, ਜੋ 5 ਸਾਲ ਖਾਲਸਾ ਜੀ ਦੇ ਪਹਿਲਾਂ ਗੜਵਈ ਰਹਿ ਚੁੱਕੇ ਸਨ, ਵੀ ਦਰਸ਼ਨਾਂ ਨੂੰ ਸੰਗਤ ਸਮੇਤ ਆਏ। ਖਾਲਸਾ ਜੀ ਨੂੰ ਲਗਾਤਾਰ ਬਲੱਡ ਪ੍ਰੈਸ਼ਰ ਅਤੇ ਸਾਹ ਦਾ ਦੌਰਾ ਸਾਰੀ ਰਾਤ ਪੈਂਦਾ ਰਿਹਾ, ਪਰ ਕਥਾ ਨਿਤਨੇਮ ਆਦਿਕ ਵਿੱਚ ਕੋਈ ਫਰਕ ਨਹੀਂ ਪੈਣ ਦਿੱਤਾ। ਅੱਜ 13-14 ਹਾੜ ਦੀ ਦਰਮਿਆਨੀ ਰਾਤ ਨੂੰ ਬਹੁਤ ਸਖਤ ਦੌਰਾ ਪਿਆ। ਪਰ ਡੇਰੀ ਫਾਈਲਾਇਨ ਦੇ ਟੀਕੇ ਤੇ ਗੋਲੀਆਂ ਦਾਸ ਵੱਲੋਂ ਦਿੱਤੀਆਂ ਗਈਆਂ। ਤੜਕੇ ਆਰਾਮ ਆਇਆ। ਇਸ਼ਨਾਨ ਕਰਕੇ ਨਿਤਨੇਮ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਕੀਤੀ, ਜੋ ਕਿ 27ਵੀਂ ਕਥਾ ਸੀ। 1147 ਅੰਗ ਤੇ ਬਸੰਤ ਰਾਗ ਦੀ ਪਹਿਲੀ ਅਸ਼ਟਪਦੀ। ਸ਼ਿਵਨਾਭ ਰਾਜੇ ਨੇ ਗੁਰੂ ਨਾਨਕ ਦੇਵ ਜੀ ਦੀ ਪਰਖ ਕੀਤੀ ਤਾਂ ਹਜ਼ੂਰ ਨੇ ਨਿਹਾਲ ਕੀਤਾ। ਸਾਰੇ ਉਥਾਨਕਾ ਅਤੇ ਇਸ ਸ਼ਬਦ ਦੀ ਕਥਾ ਸੁਣਾਈ। ਚਿਹਰੇ ਉੱਤੇ ਅੱਜ ਬੜਾ ਜਲਾਲ, ਖੇੜਾ ਤੇ ਦਮਕਾਂ ਸਨ।
ਉਪਰੰਤ ਦਾਸ ਪਾਸੋਂ 50 ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹਰ ਰੋਜ਼ ਦੀ ਤਰ੍ਹਾਂ ਸੁਣਿਆ। ਫਿਰ ਆਪ ਪਾਠ ਕਰਕੇ ਦਸਮ ਗ੍ਰੰਥ ਦੀ ਕਥਾ ਕੀਤੀ, ਜੋ ਕਿ 208ਵੇਂ ਚਰਿੱਤਰ ਤੱਕ ਪਹੁੰਚੀ। ਉਪਰੰਤ ਬਹੁਤ ਚਾਅ ਉਤਸ਼ਾਹ ਤੇ ਸੱਚੇ ਪ੍ਰੇਮ ਨਾਲ ਹਰ ਰੋਜ਼ ਦੀ ਤਰ੍ਹਾਂ ਬਹੁਤ ਸਮਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਖੜੇ ਹੋ ਕੇ ਚਵਰ ਕਰਕੇ ਅਰਦਾਸ ਕਰਕੇ ਬਹੁਤ ਸ਼ਰਧਾ ਤੇ ਚੜ੍ਹਦੀ ਕਲਾ ਨਾਲ 13 ਪਰਿਕਰਮਾ ਕਰਕੇ ਮੱਥਾ ਟੇਕਿਆ। ਦਾਸ ਨੇ ਹਰ ਰੋਜ਼ ਦੀ ਤਰ੍ਹਾਂ ਆਪ ਜੀ ਦੇ ਬਾਹਾਂ ਪਕੜੀ ਹੋਈ ਸੀ ਅਤੇ ਨਾਲ ਨਾਲ ਚੱਲ ਰਿਹਾ ਸੀ। ਆਸਣ ਤੇ ਆ ਕੇ ਜਲ ਵਰਤ ਕੇ ਲੰਗਰ ਛਕਣ ਲੱਗੇ। ਇਸ ਦਿਨ ਉਸੇ ਹੀ ਗੁਰਮੁਖ ਪਿਆਰੇ ਸ਼ਾਹ ਦਲੀਪ ਸਿੰਘ ਜੀ ਤੇ ਉਹਨਾਂ ਦੇ ਸੁਪੁੱਤਰ ਸੰਤ ਸਿੰਘ ਜੀ ਵੱਲੋਂ ਜਥੇ ਦਾ ਲੰਗਰ ਸੀ, ਜੋ ਸਭ ਤੋਂ ਪਹਿਲਾਂ ਸਨ 1934 ਈਸਵੀ ਵਿੱਚ ਖਾਲਸਾ ਜੀ ਨੂੰ ਇੱਥੇ ਪਿੰਡ ਮਹਿਤੇ ਲੈ ਕੇ ਆਏ ਸਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਗਾਤਾਰ ਸਾਰੀ ਕਥਾ ਇੱਥੇ ਕਰਵਾਈ ਸੀ। ਬਹੁਤ ਪ੍ਰੇਮ ਨਾਲ ਲੰਗਰ ਛਕਿਆ। ਦਾਸ ਨੇ ਆਪਣੇ ਹੱਥੀਂ ਖਾਲਸਾ ਜੀ ਦੇ ਮੁਖ ਵਿੱਚ ਗਰਾਹੀਆਂ ਪਾ ਕੇ ਛਕਾਇਆ, ਕਿਉਂਕਿ ਬਿਮਾਰ ਸਨ। ਅੰਬ ਵੀ ਨਾਲ ਛਕਾਏ। ਬਾਬਾ ਠਾਕੁਰ ਸਿੰਘ ਜੀ ਨੂੰ ਹੱਸ ਕੇ ਖਾਲਸਾ ਜੀ ਕਹਿੰਦੇ, ਇਹਨੂੰ ਕਰਤਾਰ ਸਿੰਘ ਨੂੰ ਰਜਾ ਕੇ ਸਾਡੇ ਸਾਹਮਣੇ ਲੰਗਰ ਛਕਾ। ਅੰਬ ਬਹੁਤੇ ਦੇ, ਮੈਨੂੰ ਮੋਟੇ ਮੋਟੇ 5 ਅੰਬ ਇਹਨਾਂ ਦਿੱਤੇ। ਪਰ ਖਾਲਸਾ ਜੀ ਨੇ ਕਿਹਾ, ਹੋਰ ਅੰਬ ਦੇ। ਹੋਰ ਦਿੱਤੇ ਗਏ, ਜੋ ਰੱਜ ਰੱਜ ਕੇ ਛਕੇ ਪਰ ਵੱਧ ਗਏ। ਖਾਲਸਾ ਜੀ ਦੀ ਕਿਰਪਾ ਭਰੀ ਨਿਗਾਹ ਤੇ ਬਖਸ਼ਿਸ਼ ਭਰਿਆ ਹਸੂੰ ਹਸੂੰ ਕਰਦਾ ਚਿਹਰਾ ਮੈਨੂੰ ਕਦੇ ਨਹੀਂ ਭੁੱਲ ਸਕਦਾ। ਦਾਸ ਨੂੰ ਕੀ ਪਤਾ ਸੀ ਕਿ ਆਪ ਜੀ ਦੀ ਕਿਰਪਾ ਭਰੀ ਨਿਗਾਹ ਸਾਹਮਣੇ ਨਿੱਗੀ ਗੋਦ ਵਿੱਚ ਬੈਠ ਕੇ ਲੰਗਰ ਛਕਣ ਦਾ ਇਹ ਆਖਰੀ ਮੌਕਾ ਹੈ। ਆਪ ਖੁਸ਼ੀ ਖੁਸ਼ੀ ਪਲੰਘੇ ਤੇ ਲੇਟੇ ਸਨ ਕਿ 2-3 ਵਾਰੀ ਬਚਨ ਕਿਹਾ, ਭਾਈ ਠਾਕੁਰ ਸਿੰਘ, ਭਾਈ ਕਰਤਾਰ ਸਿੰਘ, ਰਾਤੀ ਬਹੁਤ ਵੱਡਾ ਦੌਰਾ ਪਿਆ। ਅਸੀਂ ਚੜ੍ਹਾਈ ਕਰ ਚੱਲੇ ਸੀ। ਕਰਾਮਾਤ ਨਾ ਵਿਖਾਉਣੀ ਤੇ ਅਜਾਰ ਜਰਨ ਦੇ ਪਰਪੱਕ ਸੁਭਾਅ ਅਨੁਸਾਰ ਦਾਸਾਂ ਨੂੰ ਸਿੱਧਾ ਨਹੀਂ ਦੱਸਿਆ ਕਿ ਅੱਜ ਚੜ੍ਹਾਈ ਕਰ ਜਾਣੀ ਹੈ, ਸਗੋਂ ਕਰ ਜਾਣੀ ਸੀ ਕਹੀ ਗਏ। ਇਹ ਇੱਕ ਗੁੱਜਾ ਰਾਜ ਸੀ, ਜਿਸ ਨੂੰ ਅਸੀਂ ਕੋਈ ਵੀ ਨਾ ਸਮਝ ਸਕੇ। ਫਿਰ ਹੋਰ ਵੀ ਬਚਨ ਵਿਲਾਸ ਹੋਏ, ਜੋ ਵੱਡੇ ਜੀਵਨ ਵਿੱਚ ਲਿਖੇ ਜਾਣਗੇ। ਇਹਨਾਂ ਦਿਨਾਂ ਵਿੱਚ ਕੜਕਦੀ ਧੁੱਪ ਪੈ ਰਹੀ ਸੀ। ਉਚੇਚੇ ਤੌਰ ਤੇ ਸੁਨੇਹੇ ਭੇਜ ਕੇ ਗਿਆਨੀ ਦਲੀਪ ਸਿੰਘ ਜੀ ਕਥਾਵਾਚਕ ਨੂੰ ਸ੍ਰੀ ਅੰਮ੍ਰਿਤਸਰੋਂ ਤੇ ਪਿੰਡ ਪੁਰਾਣੇ ਭੂਰਿਆਂ ਤੋਂ ਇੱਕ ਹੋਰ ਭੁਚੰਗੀ ਨੂੰ ਉਸ ਦੀ ਮਾਤਾ ਸਮੇਤ ਬੁਲਾਇਆ ਗਿਆ। ਉਹ ਸ਼ਾਮ ਤੱਕ ਪਹੁੰਚ ਗਏ। ਨਾਲ ਸਰਦਾਰ ਅਵਤਾਰ ਸਿੰਘ ਜੀ ਅੰਮ੍ਰਿਤਸਰ ਵਾਲੇ ਤੇ ਮਾਈ ਝਾਈ ਜੀ ਵੀ ਸੁਤੇ ਸਿੱਧ ਪਹੁੰਚ ਗਏ। ਪਿਛਲੇ ਪਹਿਰ ਆਰਾਮ ਉਪਰੰਤ ਇਸ਼ਨਾਨ ਕਰਕੇ ਸਾਵਧਾਨ ਹੋ ਕੇ ਕਥਾ ਕਰਨ ਗੁਰਦੁਆਰਾ ਸਾਹਿਬ ਪਹੁੰਚੇ। 5 ਵੱਜ ਚੁੱਕੇ ਹਨ, ਪਰ ਰਾਗੀ ਭਾਈ ਬਚਿੱਤਰ ਸਿੰਘ ਜੀ, ਭਾਈ ਦਰਸ਼ਨ ਸਿੰਘ ਜੀ, ਭਾਈ ਸੋਹਣ ਸਿੰਘ ਜੀ ਦੇ ਜਥੇ ਨੂੰ, ਜੋ ਕੀਰਤਨ ਕਰ ਰਹੇ ਸਨ, ਉਚੇਚਾ ਕਹਿ ਕੇ ਇੱਕ ਹੋਰ ਸ਼ਬਦ ਪੜਾਇਆ। ਫਿਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਆਰੰਭ ਹੋਈ। ਪਾਠੀ ਦਾਸ ਸੀ। ਸਤਿਗੁਰੂ 10ਵੇਂ ਪਾਤਸ਼ਾਹ ਜੀ ਦੇ ਵਿਆਹ ਦਾ ਪ੍ਰਸੰਗ ਸੀ। 1 ਘੰਟਾ ਪੂਰਾ ਕਥਾ ਹੋਣ ਤੋਂ ਮਗਰੋਂ ਦਾਸ ਨੇ ਬੇਨਤੀ ਕੀਤੀ, 1 ਘੰਟਾ ਕਥਾ ਹੋ ਗਈ, ਸਮਾਪਤੀ ਕਰੀਏ। ਦਾਸ ਦਾ ਇਹ ਖਿਆਲ ਸੀ ਕਿ ਕਈ ਦਿਨਾਂ ਤੋਂ ਦੌਰਾ ਪੈ ਰਿਹਾ ਹੈ, ਸਰੀਰ ਖੇਚਲ ਨਾ ਮੰਨੇ। ਪਰ ਆਪ ਜੀ ਸਰੀਰ ਤੋਂ ਪਰੇ ਸਨ, ਨਾਲੇ ਬਾਜੀ ਜਿੱਤ ਚੁੱਕੇ ਸਨ। ਖੁਸ਼ੀ ਸੀ ਉਹਨਾਂ ਦੇ ਮਨ ਵਿੱਚ ਕਿ ਘਾਲ ਕਮਾਈ ਸਫਲ ਹੋਈ ਹੈ। ਅੰਤਲਾ ਸਮਾਂ ਹੈ। ਆਪਣਾ ਕੇਵਲ ਮਨੁੱਖਾ ਜਨਮ ਹੀ ਨਹੀਂ ਸਫਲ ਹੋਇਆ, ਸਗੋਂ ਲੱਖਾਂ ਹੋਰ ਪ੍ਰਾਣੀਆਂ ਦਾ ਵੀ ਭਲਾ ਹੋ ਚੁੱਕਾ ਹੈ। ਸੋ ਆਪ ਜੀ ਨੇ ਕੁਝ ਸਮਾਂ ਹੋਰ ਕਥਾ ਕੀਤੀ।
ਇਹ ਕਥਾ ਕਰਦਿਆਂ ਬਾਬਾ ਮੇਹਰ ਸਿੰਘ ਜੀ ਪੰਜੋਖਰੇ ਸਾਹਿਬ ਵਾਲੇ, ਜੋ ਤਕਰੀਬਨ 15 ਦਿਨ ਤੋਂ ਬਿਮਾਰ ਸਨ ਅਤੇ ਜਿਸ ਨੂੰ ਪਿੰਡ ਨੰਗਲੀ ਛੱਡ ਆਏ ਸੀ, ਅੱਜ ਰਾਜੀ ਹੋ ਕੇ ਦੀਵਾਨ ਵਿੱਚ ਆਏ ਤਾਂ ਕਥਾ ਕਰਦਿਆਂ ਬਾਬਾ ਜੀ ਨੂੰ ਵੇਖ ਕੇ ਮੁਸਕਰਾ ਪਏ ਤੇ ਕਿਹਾ, ਆ ਬਾਬਾ ਮੇਹਰ ਸਿੰਘਾ, ਚੰਗਾ ਹੋਇਆ ਜਿਉਂਦੇ ਜਿਉਂਦੇ ਦਰਸ਼ਨ ਦੇ ਦਿੱਤੇ ਹਨ। ਭਾਵ ਸੀ ਕਿ ਅੱਜ ਅਸਾਂ ਸੱਚਖੰਡ ਜਾਣਾ ਹੈ, ਸਾਨੂੰ ਮਿਲ ਪਿਆ ਹੈ, ਪਰ ਅੱਖਰ ਸਨ, ਜਿਉਂਦੇ ਜਿਉਂਦੇ ਦਰਸ਼ਨ ਦੇ ਦਿੱਤੇ ਹਨ। ਕਥਾ ਮਗਰੋਂ ਆਸਣ ਤੇ ਪਹੁੰਚ ਗਏ। ਹਰ ਰੋਜ਼ ਦਾ ਨਿਤਨੇਮ ਗੁਰਬਾਣੀ ਦਾ ਪਾਠ ਦਾਸ ਕੋਲੋਂ ਸੁਣਨ ਲੱਗੇ। 3 ਜਪਜੀ ਸਾਹਿਬ ਦੇ ਪਾਠ, 5 ਬਾਣੀਆਂ, ਸ਼ਬਦ ਹਜ਼ਾਰੇ, ਉਪਰੰਤ 52 ਅੱਖਰੀ ਸੁਖਮਨੀ ਸਾਹਿਬ, ਦੋਵੇਂ 12 ਮਾਹਾ, ਦਿਨ ਰੈਣ, ਦਖਣੀ ਓੰਕਾਰ, ਸਿੱਧ ਗੋਸ਼ਟ, ਜੈਤਸਰੀ ਕੀ ਵਾਰ, ਜੈਤਸਰੀ ਦੀ ਵਾਰ, ਸ਼ਲੋਕ ਸਹਿਸਕ੍ਰਿਤੀ ਮਹੱਲਾ ਪਹਿਲਾ ਤੇ 5ਵਾਂ, ਸੱਤੇ ਬਲਵੰਡੇ ਦੀ ਵਾਰ, ਸ੍ਰੀ ਰਾਗ ਪਹਿਰਿਆਦ। ਇਹਨਾਂ ਬਾਣੀਆਂ ਦਾ ਨਿਤਨੇਮ ਸਤਿਗੁਰਾਂ ਦੀ ਕਿਰਪਾ ਨਾਲ ਹਰ ਰੋਜ਼ ਜ਼ਬਾਨੀ ਸੁਣਿਆ ਕਰਦੇ। ਚਾਹੇ ਰਾਤ ਦੇ 12 ਵੱਜ ਜਾਣ, ਚਾਹੇ 2 ਵੱਜ ਜਾਣ, ਠੰਡ ਹੋਵੇ ਜਾਂ ਗਰਮੀ, ਭਾਵੇਂ ਇੱਕ ਥਾਂ ਰਹੀਏ, ਭਾਵੇਂ ਪੜਾਅ ਬਦਲੀਏ। ਸੋ ਅੱਜ 14 ਹਾੜ ਦੀ ਰਾਤ ਨੂੰ ਵੀ ਇਹ ਨਿਤਨੇਮ ਚਿੱਤ ਦੀ ਇਕਾਗਰਤਾ ਨਾਲ ਪੜ੍ਹਨਗੇ ਤੇ ਸੱਜ ਕੇ ਸੁਣਿਆ। ਦਾਸ ਨੂੰ ਗੁਰੂ ਕੀ ਬਾਣੀ ਦਾ ਅਦਬ ਕਰਨ ਵਾਸਤੇ ਪਲੰਗੇ ਤੋਂ ਘੱਟੋ ਘੱਟ 1 ਫੁੱਟ ਉੱਚੇ ਮੇਜ਼ ਉੱਪਰ ਬਹੁਤ ਸੋਹਣੀ ਵਿਛਾਈ ਕਰਕੇ ਉਸ ਉੱਤੇ ਬਿਠਾ ਕੇ ਬੜੀ ਸਾਵਧਾਨਤਾ ਨਾਲ ਗੁਰਬਾਣੀ ਸੁਣਿਆ ਕਰਦੇ। ਕਈ ਵਾਰੀ ਤੁਰ ਫੇਰ ਕੇ ਜਦੋਂ ਸੁਣਦੇ ਤਾਂ ਪਾਠੀ ਨੂੰ ਆਪਣੇ ਸੱਜੇ ਹੱਥ ਕਰ ਲੈਂਦੇ। ਬਾਣੀ ਦਾ ਇੱਕ ਇੱਕ ਅੱਖਰ ਬੜੇ ਗਹੋ, ਇਕਾਗਰਤਾ ਤੇ ਪ੍ਰੇਮ ਨਾਲ ਸੁਣਦੇ। ਕੋਈ ਲੱਗ ਕੰਨਾ ਅੱਖਰ ਵੱਧ ਘੱਟ ਪੜਿਆ ਝੱਟ ਟੋਕ ਦਿੰਦੇ ਤੇ ਦੱਸ ਕੇ ਸ਼ੁੱਧ ਕਰਾਉਂਦੇ। ਨਿਤਨੇਮ ਤੋਂ ਮਗਰੋਂ ਦਾਸ ਨੇ ਲੰਗਰ ਛਕਿਆ। ਖਾਲਸਾ ਜੀ 8 ਪਹਿਰਾ ਪ੍ਰਸ਼ਾਦਾ ਹੀ ਛਕਿਆ ਕਰਦੇ। ਰਾਤ ਨੂੰ ਸਵਾਇਆ ਕੋ ਸਮੁੰਦਰ ਛਕਦੇ। ਆਪ ਜੀ ਨੇ ਸਮੁੰਦਰ ਛਕਿਆ ਤੇ ਬਹੁਤ ਪਿਆਰ ਲਾਡ ਨਾਲ ਗਿਆਨੀ ਦਲੀਪ ਸਿੰਘ ਜੀ ਕਥਾਵਾਚਕ ਅੰਮ੍ਰਿਤਸਰ ਵਾਲਿਆਂ ਨੂੰ ਵੀ ਛਕਾਇਆ ਤੇ ਉਹਨਾਂ ਦਾ ਸਿਰ ਆਪਣੀ ਗੋਦ ਵਿੱਚ ਲੈ ਕੇ ਉਚੇਚਾ ਪਿਆਰ ਕੀਤਾ। ਪਿੰਡ ਭੂਰੇ ਪੁਰਾਣੇ ਤੋਂ ਨਿਰੰਜਨ ਕੌਰ ਜੋ ਚਿੱਟੀ ਦਸਤਾਰ ਲੈ ਕੇ ਆਈ ਤੇ ਹਾਜ਼ਰ ਕੀਤੀ, ਉਹ ਖਾਲਸਾ ਜੀ ਨੇ ਆਪਣੇ ਸੀਸ ਤੇ ਸਜਾਈ। ਭਾਈ ਗੁਰਮੁਖ ਸਿੰਘ ਉੜੀਸਾ ਨੇ ਨਿਕਟ ਵਰਤੀ ਸਾਰੇ ਸਿੰਘਾਂ ਦੇ ਬਿਸਤਰੇ ਆਪ ਵਿਛਾਏ। ਫਿਰ ਖਾਲਸਾ ਜੀ ਨੇ ਸੋਹਿਲੇ ਦਾ ਪਾਠ ਹਰ ਰੋਜ਼ ਦੀ ਤਰ੍ਹਾਂ ਚਿੱਤ ਦੀ ਇਕਾਗਰਤਾ ਨਾਲ ਆਪ ਕੀਤਾ। ਸੋਹਿਲੇ ਦੇ ਪਾਠ ਸਮੇਂ ਕਿਸੇ ਨੂੰ ਨੇੜੇ ਨੇੜੇ ਉੱਚੀ ਬੋਲਣ ਤੱਕ ਦੀ ਆਗਿਆ ਵੀ ਨਹੀਂ ਹੁੰਦੀ ਸੀ। ਕੋਈ ਪੈਰ ਦਾ ਖੜਾਕਾ ਜਾਂ ਨੇੜੇ ਗੱਲ ਵੀ ਨਹੀਂ ਕਰ ਸਕਦਾ ਸੀ। ਕਾਫੀ ਸਮਾਂ ਮਗਰੋਂ ਗੁਰਮੰਤਰ ਦਾ ਸਿਮਰਨ ਕਰਦੇ ਰਹਿੰਦੇ, ਫਿਰ ਸ਼ਬਦ ਵਿੱਚ ਸੁਰਤ ਜੋੜ ਕੇ ਵਿਰਾਜ ਜਾਂਦੇ। ਅੱਜ ਵੀ ਠੀਕ ਇਸੇ ਤਰ੍ਹਾਂ ਹੀ ਕੀਤਾ। ਗਰਮੀ ਅਤੇ ਅੰਤ ਸੀ। ਭਾਈ ਗੁਰਮੁਖ ਸਿੰਘ ਜੀ ਪੱਖਾ ਕਰ ਰਹੇ ਸਨ, ਬਾਕੀ ਸਭ ਸੰਗਤਾਂ ਵਿਰਾਜ ਗਈਆਂ। ਕਾਫੀ ਸਿੰਘਾਂ ਸਮੇਤ ਭਾਈ ਗੁਰਮੁਖ ਸਿੰਘ ਜੀ ਦਾ ਪਿੰਡੋਂ ਬਾਹਰ ਬੰਬੀ ਤੇ ਆਸਣ ਸੀ, ਉਹ ਵੀ ਉੱਥੇ ਜਾ ਵਿਰਾਜੇ। ਠੀਕ 12 ਵਜੇ ਬੂੰਦਾਬਾਂਦੀ ਦੇ ਨਾਲ ਸਖਤ ਹਨੇਰੀ ਆਈ। ਖਾਲਸਾ ਜੀ ਨੇ ਕਿਹਾ, ਸਾਡਾ ਮੰਜਾ ਅੰਦਰ ਲੈ ਚੱਲੋ। ਨਾਲ ਮੁਸਕਰਾ ਕੇ ਕਹਿਣ ਲੱਗੇ, ਅੱਜ ਅਸੀਂ ਪਲੰਗੇ ਤੋਂ ਉਤਰਨਾ ਨਹੀਂ, ਪਲੰਗੇ ਸਮੇਤ ਚੁੱਕ ਕੇ ਲੈ ਚੱਲੋ। ਦਾਸਾਂ ਕਿਹਾ, 7 ਵਚਨ ਜੀ। ਜਦੋਂ ਅਸੀਂ ਪਲੰਗਾ ਚੁੱਕ ਕੇ ਬਰਾਂਡੇ ਵਿੱਚ ਲੈ ਗਏ, ਉੱਥੇ ਵੀ ਵਾਛੜ ਪਈ ਤਾਂ ਆਪ ਕਹਿਣ ਲੱਗੇ, ਪਲੰਗਾ ਅੰਦਰ ਕਰੋ। ਪਰ ਦਰਵਾਜ਼ਾ ਛੋਟਾ ਹੋਣ ਕਰਕੇ ਪਲੰਗਾ ਅੰਦਰ ਨਹੀਂ ਸੀ ਲੰਘ ਸਕਦਾ। ਤਾਂ ਦਾਸ ਨੇ ਹਾਸ ਰਚ ਵਿੱਚ ਕਿਹਾ, ਜੀ ਜਾਂ ਤਾਂ ਪਲੰਗਾ ਛੋਟਾ ਕਰ ਦਿਓ
ਜਾਂ ਦਰਵਾਜ਼ਾ ਵੱਡਾ ਕਰ ਦਿਓ। ਖਾਲਸਾ ਜੀ ਗੰਭੀਰਤਾ ਭਰੀ ਆਵਾਜ਼ ਵਿੱਚ ਕਹਿਣ ਲੱਗੇ, ਵਾਹ ਭਾਈ ਵਾਹ, ਛੋਟੀ ਜਿਹੀ ਗੱਲ ਤੇ ਸਾਡੀ ਕਰਾਮਾਤ ਵੇਖਣੀ ਚਾਹੁੰਦੇ ਹੋ, ਜਿਸ ਦੇ ਵਿਖਾਉਣ ਤੋਂ ਅਸੀਂ ਸਾਰੀ ਉਮਰ ਸੰਕੋਚ ਰੱਖਿਆ ਹੈ। ਤਾਂ ਦਾਸਾਂ ਨੇ ਡਿਓਢੀ ਵਿੱਚ ਪਲੰਗਾ ਜਾ ਕੀਤਾ। ਜ਼ਿਆਦਾ ਹਨੇਰੇ ਕਾਰਨ ਬਿਜਲੀ ਬੰਦ ਹੋ ਗਈ। ਮੀਂਹ ਵੀ ਬਹੁਤ ਪੈਣ ਲੱਗ ਗਿਆ। ਸੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਅੱਜ ਦਾ ਪ੍ਰਸੰਗ ਇੱਥੇ ਹੀ ਸਮਾਪਤ ਕਰੀਏ। ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਫਾਟਿਓ ਸਗਲੋ ਲੇਖਾ